ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸ ਰਣਜੀਤ ਸਿੰਘ ਰਾਣਾ ਪ੍ਰੋਗਰਾਮ ਅੱਖਰਾਂ ਦਾ ਸਰਨਾਮਾ ਲੈ ਕੇ ਆਪ ਸਭ ਦੇ ਸਨਮੁਖ ਹੈ। ਆਪ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਸਿੱਖ ਫਲਸਫੇ ਦੀ ਗੱਲ ਕੀਤੀ ਜਾਂਦੀ ਹੈ, ਸਿੱਖ ਲਿਟਰੇਚਰ ਦੀ ਗੱਲ ਕੀਤੀ ਜਾਂਦੀ ਹੈ, ਸਿੱਖ ਸਾਹਿਤਕਾਰਾਂ ਦੀ ਗੱਲ ਕੀਤੀ ਜਾਂਦੀ ਹੈ, ਪਰ ਪੰਜਾਬੀ ਸਾਹਿਤ ਤੇ ਪੰਜਾਬੀ ਸਾਹਿਤਕਾਰਾਂ ਦੀ ਗੱਲ ਵੀ ਕੀਤੀ ਜਾਂਦੀ ਹੈ। ਪਰ ਉਹ ਗੱਲ ਕਰਨ ਦੇ ਲਈ ਦ੍ਰਿਸ਼ਟੀਕੋਣ ਗੁਰਮਤਿ ਦਾ ਹੀ ਰੱਖਿਆ ਜਾਂਦਾ ਹੈ। ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗਾਂਹ ਚੱਲ ਕੇ ਅੱਖਰਾਂ ਬਾਰੇ ਵੀ ਗੱਲ ਕਰਾਂਗੇ, ਅੱਖਰਾਂ ਦੀ ਬਣਤਰ ਬਾਰੇ ਗੱਲ ਕਰਾਂਗੇ, ਗੁਰਮੁਖੀ ਅੱਖਰਾਂ ਦੀ ਸਮਰੱਥਾ ਬਾਰੇ ਵੀ ਗੱਲ ਕਰਾਂਗੇ ਔਰ ਕੁਝ ਰੋਚਕ ਗੱਲਾਂ ਸਿੱਖ ਫਲਸਫੇ ਦੀਆਂ ਸਾਖੀ ਦੇ ਰੂਪ ਦੇ ਵਿੱਚ ਉਹ ਵੀ ਆਪ ਸਭ ਦੇ ਨਾਲ ਸਾਂਝੀਆਂ ਕਰਦੇ ਰਹਾਂਗੇ ਗਾਹੇ ਬਗਾਹੇ। ਜਿੱਥੇ ਕੋਈ ਗੱਲ ਹੁਣ ਪਹੁੰਚੀ ਹੈ, ਸਿੱਖ ਰਾਜਨੀਤਿਕ ਫਲਸਫੇ ਦੀ ਗੱਲ ਕੀਤੀ ਜਾ ਰਹੀ ਹੈ ਔਰ ਉਹਦੇ ਲਈ ਆਧਾਰ ਬਣਾਈ ਹੈ ਮੇਰੀ ਨਿਗਾਹ 'ਚ ਨੰਗੀ ਇੱਕੋ ਹੀ ਕਿਤਾਬ ਹੈ ਉਸ ਫਲਸਫੇ ਦੇ ਬਾਰੇ, ਗੁਰੂ ਨਾਨਕ ਸਾਹਿਬ ਦਾ ਰਾਜਨੀਤਿਕ ਫਲਸਫਾ, ਸਰਦਾਰ ਸੁਖਜਿੰਦਰ ਸਿੰਘ ਸੰਘਾ ਜੀ ਦੀ ਲਿਖੀ ਹੋਈ। ਉਸ ਕਿਤਾਬ ਨੂੰ ਆਧਾਰ ਬਣਾ ਕੇ ਹੁਣ ਤੱਕ 7 ਐਪੀਸੋਡ ਆਪ ਸਭ ਦੇ ਸਨਮੁਖ ਕੀਤੇ ਜਾ ਰਹੇ ਨੇ। 8ਵਾਂ ਐਪੀਸੋਡ ਆਪ ਸਭ ਦੇ ਸਨਮੁਖ ਹੈ ਤੇ ਸਰਦਾਰ ਸੁਖਜਿੰਦਰ ਸਿੰਘ ਸੰਘਾ ਜੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋ ਸੰਗਤ ਟੈਲੀਵਿਜ਼ਨ ਦੇ ਸਟੂਡੀਓ ਵਿੱਚ ਹਾਜ਼ਰ ਨੇ। ਉਹਨਾਂ ਦੀ ਆਮਦ ਨੂੰ ਜੀ ਆਇਆਂ ਆਖਦੇ ਹਾਂ, ਫਤਿਹ ਸਾਂਝੀ ਕਰਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਦੇ ਰਾਜਨੀਤਿਕ ਫਲਸਫੇ ਦੀ ਗੱਲ ਕਰਦੇ ਹਾਂ। ਆਪਾਂ ਹੁਣ ਤੱਕ ਉਹਦੇ ਵੱਖ-ਵੱਖ ਪਹਿਲੂਆਂ ਉੱਤੇ ਗੱਲ ਕੀਤੀ ਹੈ। ਵੱਖ-ਵੱਖ ਪਹਿਲੂ ਆਪਾਂ 7 ਐਪੀਸੋਡ ਦੇ ਵਿੱਚ ਦੇਖੇ ਨੇ। ਇਸ 8ਵੇਂ ਐਪੀਸੋਡ ਦੇ ਵਿੱਚ ਇੱਕ ਖਾਸ ਗੱਲ ਮੈਂ ਕਹਿਣੀ ਚਾਹੁੰਦਾ, ਜਿਹੜੀ ਤੁਹਾਡੇ ਕੋਲੋਂ ਪੁੱਛਣੀ ਚਾਹੁੰਦਾ ਹਾਂ। ਗੁਰੂ ਨਾਨਕ ਦੇ ਫਲਸਫੇ 'ਚ ਸੰਵਾਦ ਦੀ ਵਿਚਾਰ ਚਰਚਾ ਦੀ ਗੱਲ ਬਹੁਤ ਵੱਡੀ ਹੈ। ਗੁਰਬਾਣੀ ਦੇ ਵਿੱਚ ਉਹਦਾ ਵਾਰ-ਵਾਰ ਜ਼ਿਕਰ ਵੀ ਆਉਂਦਾ। ਸਿੱਧ ਗੋਸ਼ਟ ਉਹਦਾ ਪ੍ਰਮਾਣ ਹੈ ਕਿ ਕਿਸ ਪੱਧਰ ਦੇ ਜਾ ਕੇ ਉਹ ਸੰਵਾਦ ਰਚੇਗਾ। ਕਾਜ਼ੀਆਂ ਨਾਲ, ਮੁਲਾਣਿਆਂ ਨਾਲ, ਬੋਧੀਆਂ ਨਾਲ, ਸਰੇਵੜਿਆਂ ਨਾਲ, ਇਹ ਬ੍ਰਾਹਮਣਾਂ ਨਾਲ, ਵੱਖ-ਵੱਖ ਧਰਮ ਥਾਵਾਂ 'ਤੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਸੰਵਾਦ ਰਚਿਆ। ਗੁਰੂ ਨਾਨਕ ਫਲਸਫੇ 'ਚ ਸੰਵਾਦ ਦੀ ਬਹੁਤ ਵੱਡੀ ਮਹੱਤਤਾ, ਵਿਚਾਰ ਚਰਚਾ ਦੀ ਬਹੁਤ ਵੱਡੀ ਮਹੱਤਤਾ। ਅਜੋਕੇ ਸਮੇਂ 'ਚ ਉਸ ਸੰਵਾਦ ਦੀ, ਉਸ ਵਿਚਾਰ ਚਰਚਾ ਦੀ ਕਿੰਨੀ ਕੁ ਮਹੱਤਤਾ ਹੈਗੀ ਆ, ਕਿੰਨਾ ਕੁ ਮਹੱਤਵ ਹੈਗਾ, ਇਹਦੇ ਬਾਰੇ ਜ਼ਰੂਰ ਗੱਲ ਕਰਾਂ। ਇਸ ਦਾ ਥੋੜ੍ਹਾ ਜਿਹਾ ਆਧਾਰ ਬਣਾ ਲਈਏ ਆਪਾਂ ਜੀ। ਗੁਰੂ ਨਾਨਕ ਸਾਹਿਬ ਦੇ ਜੀਵਨ ਕਾਲ ਦੇ ਵਿੱਚ ਜੀ ਅੰਦਰੂਨੀ ਹਾਲਤ ਤੇ ਬਹਿਰੂਨੀ ਹਮਲਿਆਂ ਕਾਰਨ ਜਿਹੜੇ ਵਿਦਵਾਨ ਲੋਕ ਸੀਗੇ, ਜੀ, ਜਾਂ ਕਹਿ ਲਓ ਵੀ ਜਿਨ੍ਹਾਂ ਦੀ ਮੋਨੋਪਲੀ ਸੀ ਵਿਜ਼ਡਮ ਤੇ, ਜੀ, ਸਿਆਣਪਤਾ ਤੇ, ਜੀ, ਜਾਂ ਮਤਲਬ ਵੀ ਅਗਵਾਈ ਤੇ, ਹਾਂਜੀ, ਉਹ ਤਕਰੀਬਨ ਨਾਰਥ ਇੰਡੀਆ ਦਾ ਜਿਹੜਾ ਪੰਜਾਬ ਦਾ ਵੱਡਾ ਖੇਤਾ ਸੀਗਾ, ਹਾਂਜੀ, ਉਹ ਛੱਡ ਕੇ, ਚਾਹੇ ਡਰਦੇ ਮਾਰੇ, ਚਾਹੇ ਮਤਲਬ ਕਿ ਅਣਸੁਰੱਖਿਅਤ ਮਹਿਸੂਸ ਕਰਦੇ ਕਾਰਨ, ਉਹ ਸਾਰੇ ਬਨਾਰਸ ਵੱਲ ਜਾ ਚੁੱਕੇ ਸੀਗੇ। ਜੀ। ਪੰਜਾਬ ਦੇ ਵਿੱਚ ਆਮ ਤੌਰ 'ਤੇ ਖੇਤੀ ਕਰਨ ਵਾਲੇ ਤੇ ਹੱਥੀਂ ਕਿਰਤ ਕਰਨ ਵਾਲੇ ਲੋਕ ਸੀਗੇ। ਬਿਲਕੁਲ, ਸਾਨੂੰ ਜਨਮ ਸਾਖੀਆਂ ਤੋਂ ਉਹਨਾਂ ਦੀ ਦਸ਼ਾ ਵਾਲੀ ਚੰਗੀ ਨਹੀਂ ਸੀਗੀ ਜੀ। ਤੇ ਵਿਦਿਆ ਪੱਖੋਂ ਖੋਖਲਾ ਸੀਗਾ ਪੰਜਾਬ ਜੀ। ਤੇ ਗੁਰੂ ਨਾਨਕ ਸਾਹਿਬ ਨੂੰ ਜਦੋਂ ਪੜ੍ਹਨੇ ਵੀ ਪਾਇਆ ਗਿਆ, ਆਮ ਤੌਰ 'ਤੇ ਗੱਲ ਕੀਤੀ ਹੈ ਵੀ ਉਹ ਆਪਣੇ ਅਧਿਆਪਕ ਨੂੰ ਪੜ੍ਹਾ ਕੇ ਆ ਗਏ, ਪਰ ਦਰਅਸਲ ਗੱਲ ਇਹ ਹੈਗੀ ਆ ਕਿ ਉਹਨਾਂ ਨੇ ਆਪਣੇ ਅਧਿਆਪਕ ਦੇ ਨਾਲ ਹੀ ਸੰਵਾਦ ਸ਼ੁਰੂ ਕਰਤਾ ਸੀ ਜੀ। ਤੇ ਉਸ ਸੰਵਾਦ ਤੋਂ ਬਾਅਦ ਜਿੱਥੇ ਉਹਨਾਂ ਨੇ ਕਿਰਤ ਕੀਤੀ, ਜਿੱਥੇ ਉਹ ਵਿਚਰੇ, ਜਿੱਥੇ ਵਣਜ ਕੀਤਾ ਤੇ ਜਿੱਥੇ ਸਤਸੰਗਤ ਕੀਤੀ, ਉਹਦਾ ਆਧਾਰ ਵੀ ਸੰਵਾਦ ਬਣਾਇਆ ਜੀ। ਔਰ ਉਸ ਸੰਵਾਦ ਦੇ ਨਾਲ ਨਾਲ ਵਿਦਿਆ ਦਾ ਪ੍ਰਸਾਰਾ ਕਰਕੇ ਤੇ ਦਰਅਸਲ ਸਿੱਖ ਦੀ ਕੇਂਦਰੀ ਭਾਵਨਾ ਸਿੱਖਣਾ ਤੇ ਸਿਖਾਉਣਾ, ਇਹਨੂੰ ਬਣਾ ਕੇ ਸੱਭਿਆਚਾਰਕ ਤੌਰ 'ਤੇ ਵਿਸਥਾਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਪੰਜਾਬ ਨੂੰ ਮੁੜ ਕੇ ਵਿਦਿਆ ਦੇ ਵਿਕਾਸ ਦਾ ਖੇਤਰ ਬਣਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਜੀ। ਔਰ ਉਹਨਾਂ ਦੇ ਇਸ ਆਗਾਜ਼ ਤੋਂ ਨਾਲ ਵੱਡਾ ਕੰਮ ਇਹ ਹੋ ਗਿਆ ਕਿ ਉਹਨਾਂ ਨੇ ਆਪ ਦੂਰ ਦਰੇਡੇ ਇਲਾਕਿਆਂ ਦੇ ਵਿੱਚ ਜਾ ਕੇ ਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਨਾਮ ਲੇਵਾ ਸਿੱਖਾਂ ਨੇ ਬਾਕੀ ਭਗਤੀ ਲਹਿਰ ਦੀ ਬਾਣੀ ਇਕੱਤਰ ਕਰਕੇ ਵੀ ਪੰਜਾਬ ਦੇ ਵਿੱਚ ਲਿਆਂਦੀ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਆਪਣੇ 5ਵੇਂ ਗੁਰੂ ਨਾਨਕ ਸਾਹਿਬ ਕਹਿ ਲਓ, ਗੁਰੂ ਅਰਜਨ ਸਾਹਿਬ ਨੇ ਐਡਿਟ ਕਰਕੇ ਤੇ ਗੁਰੂ ਆਦਿ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਜੀ ਕੰਪਾਈਲ ਕੀਤਾ ਜੀ, ਉਹ ਗੁਰਮੁਖੀ ਲਿਪੀ ਦੇ ਵਿੱਚ ਲਿਆਂਦਾ ਤੇ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ
ਗੁਰ ਤਾਂ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਆ, ਹਾਂਜੀ ਤੇ ਸਾਰਾ ਜਿਹੜਾ ਵਿਸਥਾਰ ਹੋ ਰਿਹਾ ਵਿਜ਼ਡਮ ਦਾ, ਵਿਚਾਰ ਦਾ ਤੇ ਸੰਵਾਦ ਦਾ, ਉਹ ਗੁਰੂ ਗ੍ਰੰਥ ਸਾਹਿਬ ਕੇਂਦਰ ਆ ਤੇ ਸਿੱਖੀ ਕੇਂਦਰ ਆ, ਤੇ ਸਾਰੀ ਸ੍ਰਿਸ਼ਟੀ ਆਪਣੀ ਜਿਹੜੀ ਹੈਗੀ ਉੱਥੇ ਦੀ ਉਹ ਇਸ ਤੇ ਨਿਰਭਰ ਕਰਦੀ ਹੈ। ਹਮ, ਤੇ ਸਾਰਾ ਹੀ ਜਿਹੜਾ 500-600 ਸਾਲ ਦਾ ਆਪਣਾ ਇਤਿਹਾਸ ਹੈਗਾ ਆ, ਉਸ ਇਤਿਹਾਸ ਦੇ ਵਿੱਚ ਮੁੜ ਕੇ ਪੰਜਾਬ ਨੂੰ ਵਿਦਿਆ ਦਾ ਕੇਂਦਰ ਬਣਾ ਦਿੱਤਾ। ਜੀ। ਚਾਹੇ ਮਤਲਬ ਕਿ ਬਾਅਦ ਦੇ ਵਿੱਚ ਮੁਗਲਾਂ ਤੋਂ ਬਾਅਦ ਅੰਗਰੇਜ਼ਾਂ ਦਾ ਪ੍ਰਭਾਵ ਆਇਆ, ਪਹਿਲਾਂ ਮਿਸਲਾਂ ਦੀਆਂ ਉਤਰਾਅ ਚੜ੍ਹਾਅ, ਉਹਦੇ ਵਿੱਚ ਜਿੰਨੇ ਸੰਸਥਾਤਮਕ ਤੌਰ 'ਤੇ ਆਪਾਂ ਮਜ਼ਬੂਤ ਹੋ ਸਕਦੇ ਸੀਗੇ ਉਹਨੇ ਨਹੀਂ ਹੋ ਸਕੇ। ਜੀ ਈਵਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ ਵਿਕਾਸ ਦਾ ਆਰੰਭ ਹੋਇਆ, ਪਰ ਉਹ ਮੁਕੰਮਲ ਤਾਂ ਹੋ ਨਹੀਂ ਸਕਿਆ। ਜੀ ਪਰ ਬਾਅਦ ਦੇ ਵਿੱਚ ਸਿੰਘ ਸਭਾ ਲਹਿਰ, ਫਿਰ ਸ਼੍ਰੋਮਣੀ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੌਜੂਦਾ ਯੂਨੀਵਰਸਿਟੀਆਂ ਤੇ ਹੁਣ ਕਾਫੀ ਕੁਝ ਹੋਇਆ। ਪਰ ਤੁਹਾਡੇ ਹੁਣ ਸਵਾਲ ਦੇ ਅੰਤਲੇ ਰੂਪ ਦੇ ਵਿੱਚ ਆਉਂਦੇ ਆ ਜੀ ਵੀ ਮੌਜੂਦਾ ਹਾਲਤ ਦੇ ਵਿੱਚ ਪਿਛਲੇ ਕਹਿ ਲਓ ਕੋਈ 70-75 ਸਾਲ ਦਾ ਜਿਹੜਾ ਵਕਫਾ ਹੈਗਾ, ਜੀ ਜਦੋਂ ਕਿ ਆਪਾਂ ਕਹਿ ਲਈਏ ਵੀ ਇਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲਾ, ਜੀ ਜੇ ਆਪਾਂ ਪਾਰਟੀਸ਼ਨ ਤਾਂ ਉਹਦਾ ਜਿਹੜਾ ਇੰਪੈਕਟ ਬਣਿਆ ਉਹਨੂੰ ਇੱਕ ਪਾਸੇ ਰਹਿਣ ਦਈਏ, ਤੇ ਖਾਸ ਕਰਕੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਇੱਧਰ ਆ ਗਈ, ਤੇ ਫਿਰ ਪੰਜਾਬੀ ਯੂਨੀਵਰਸਿਟੀ 1960 ਦੇ ਆਰੰਭ ਦੇ ਵਿੱਚ ਹੋ ਗਈ, ਤੇ ਗੁਰੂ ਨਾਨਕ ਸਾਹਿਬ ਦੇ 500 ਸਾਲਾ ਗੁਰਪੁਰਬ ਤੋਂ ਗੁਰੂ ਨਾਨਕ ਗੁਰਦੁਆਰਾ ਆਪਣੇ ਗੁਰੂ ਨਾਨਕ ਸਾਹਿਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਆਰੰਭ ਹੋ ਗਈ। ਜੀ ਉਹਦੇ ਨਾਲ ਮਤਲਬ ਕਿ ਬਾਕੀ ਮਿਸ਼ਨਰੀ ਕਾਲਜ ਤੇ ਹੋਰ ਸਾਰਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਦੇ ਅਧੀਨ ਉਹ ਸਾਰਾ ਸ਼ੁਰੂ ਹੋ ਗਿਆ। ਉਹਦੇ ਨਾਲ ਕਾਫੀ ਸਾਰੇ ਜਿਹੜੇ ਚਰਚੇ ਆ ਉਹ ਆਰੰਭ ਹੋ ਗਏ। ਜੀ ਜਾਣੀ ਇੱਕ ਕਿਸਮ ਦੀ ਜਿਹੜੀ ਆਪਣੀ ਇਨਫਰਾਸਟ੍ਰਕਚਰ ਆ, ਬਣਤਰ ਆ, ਆਧਾਰ ਆ, ਉਹ ਮੁੜ ਕੇ ਕਾਫੀ ਸਾਰਾ ਰੂਪਮਾਨ ਹੋ ਗਿਆ ਆਪਣੇ ਸਾਹਮਣੇ। ਜੀ ਉਹਦੇ ਵਿੱਚ ਆਪਣੇ ਖਾਮੀ ਸਭ ਤੋਂ ਵੱਡੀ ਇਹ ਹੈਗੀ ਹੈ ਕਿ 50ਵੇਂ 60ਵੇਂ 70ਵੇਂ ਦੇ ਵਿੱਚ ਹਾਂਜੀ ਸੈਕੂਲਰਿਜ਼ਮ, ਸਮਾਜਵਾਦ ਜਿਹੜੇ ਕਿਸੇ ਹੱਦ ਤੱਕ ਪੱਛਮ ਤੇ ਕਮਿਊਨਿਜ਼ਮ ਤੇ ਆਧਾਰਿਤ ਸੀਗੇ, ਉਹ ਭਾਰੂ ਹੋਣ ਲੱਗ ਪਏ। ਜਾਂ ਇਦਾਂ ਕਹਿ ਲਈਏ ਕਿ ਸਮਾਜਵਾਦ ਦੇ ਜਾਂ ਸੈਕੂਲਰਿਜ਼ਮ ਦੇ ਨਾਂ ਤੇ ਕਾਮਰੇਡੀ ਸੋਚ ਹਾਵੀ ਹੋ ਗਈ। ਸਪਸ਼ਟ ਕਹਿਤਾ ਤੁਸੀਂ। ਹਾਂਜੀ ਇਹਦੇ ਆਧਾਰ ਤੇ ਬਹੁਤ ਸਾਰੇ ਸਿੱਖ ਪਿਛੋਕੜ ਵਾਲੇ ਵਿਦਵਾਨ ਤੇ ਖੋਜੀ, ਲੇਖਕ, ਪੱਤਰਕਾਰ, ਮੀਡੀਆ ਦੇ ਵਿੱਚ ਜਾਣੇ ਵਾਲੇ, ਉਹਨਾਂ ਨੂੰ ਪੈਟਰਨੇਜ ਦੀ ਲੋੜ ਸੀ, ਕਿਉਂਕਿ ਨੌਕਰੀ ਤਾਂ ਕਰਨੀ ਹੈ। ਜੀ ਤੇ ਉਹਨਾਂ ਨੂੰ ਚਾਹੇ ਮੀਡੀਆ ਦੀ ਨੌਕਰੀ ਮਿਲਦੀ ਸੀਗੀ, ਚਾਹੇ ਸਕੂਲਾਂ 'ਚ, ਚਾਹੇ ਕਾਲਜਾਂ 'ਚ, ਚਾਹੇ ਯੂਨੀਵਰਸਿਟੀਆਂ ਦੇ ਵਿੱਚ। ਸਰਪ੍ਰਸਤੀ ਉਸ ਵੇਲੇ ਕਾਂਗਰਸ ਪਾਰਟੀ ਦੀ ਸੀਗੀ, ਕਾਂਗਰਸ ਗਵਰਨਮੈਂਟ ਸੀ। ਉਹਨਾਂ ਲਈ ਸੈਕੂਲਰਿਜ਼ਮ ਸੂਟੇਬਲ ਕਮਿਊਨਿਜ਼ਮ ਸੂਟ ਕਰਦਾ ਸੀਗਾ। ਇਹ ਮੈਂ ਇਸ ਕਰਕੇ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਜਿਹਨੇ ਰਾਜ ਕਰਨਾ ਉਹਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣਾ ਪੈਣਾ। ਜੀ ਇਹ ਮਤਲਬ ਕਿ ਸਪਸ਼ਟ ਆ। ਜੀ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਇਆ ਜਾ ਸਕਦਾ ਜੇ ਮਤਲਬ ਕਿ ਸਿੱਖ ਫਲਸਫੇ ਨੂੰ ਦਬਾ ਕੇ ਰੱਖਿਆ ਜਾਵੇ। ਔਰ ਉਹਨਾਂ ਨੇ ਮਤਲਬ ਕਿ ਜਿਹੜਾ ਲੈਫਟ ਦਾ ਫਲਸਫਾ ਸੀਗਾ ਉਹਨਾਂ ਨੂੰ ਉਭਾਰਿਆ ਔਰ ਸਿੱਖ ਫਲਸਫੇ ਨੂੰ ਦਬਾ ਕੇ ਰੱਖਿਆ। ਜਾਣੀ ਮਤਲਬ ਕਿ ਤਕਰੀਬਨ ਧਰਮ ਯੁੱਧ ਮੋਰਚੇ ਦੇ ਆਰੰਭ ਤੱਕ ਸਿੱਖ ਫਲਸਫਾ ਰਿੰਗਦਾ ਸੀਗਾ ਔਰ ਪੰਜਾਬ ਦੇ ਵਿੱਚ ਨਾਨ ਸਿੱਖ ਫਲਸਫੇ ਭਾਰੂ ਹੋ ਰਹੇ ਸੀਗੇ। ਜੀ ਔਰ ਜੇ ਤੁਸੀਂ ਸਿੱਖ ਫਲਸਫੇ ਦੀ ਗੱਲ ਕਰ ਸਕਦੇ, ਤੁਸੀਂ ਵੱਖਵਾਦੀ ਆ ਤੇ ਤੁਸੀਂ ਫਿਰਕੂ ਆ ਤੇ ਤੁਸੀਂ ਫਿਰਕਾ ਪ੍ਰਸਤ ਆ ਤੇ ਤੁਸੀਂ ਮਤਲਬ ਕਿ ਸਾਂਝੀ ਸਟੇਜ ਦੇ ਆਉਣ ਦੇ ਵੀ ਕਾਮਯਾਬ ਨਹੀਂ। ਇਹ ਮਤਲਬ ਕਿ ਇੱਕ ਕਿਸਮ ਦਾ ਅੱਜ ਵੀ ਤਕਰੀਬਨ ਟ੍ਰੈਂਡ ਇਹੋ ਜਿਹਾ ਚੱਲਦਾ ਟ੍ਰੈਂਡ ਇਹ ਹੋਇਆ। ਤੇ ਇਹਦੇ ਨਾਲ ਜਿਹੜਾ ਸੰਵਾਦ ਆ ਉਹ ਵਿਵਾਦ ਦੇ ਰੂਪ ਦੇ ਵਿੱਚ ਰਿਹਾ। ਹਾਂਜੀ ਸੰਵਾਦ ਨਹੀਂ ਬਣ ਸਕਿਆ। ਜੀ ਸੰਵਾਦ ਤਾਂ ਇਹ ਹੈ ਕਿ ਆਪਾਂ ਬੈਠ ਕੇ ਗੱਲ ਕਰ ਰਹੇ ਹਾਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ, ਉਹਦੇ ਤੇ ਮਤਲਬ ਕਿ ਆਪਾਂ ਜਿਹੜੇ ਆਪਣੀਆਂ ਇੰਟਰਪ੍ਰੀਟੇਸ਼ਨਸ ਆ ਉਹਨਾਂ ਤੇ ਆਪਣਾ ਸੰਵਾਦ ਗਾਂਹ ਤੋਰੀਏ, ਉਹਨਾਂ ਨੂੰ ਨਿਖਾਰੀਏ ਤੇ ਉਹਨਾਂ ਨੂੰ ਨਿਖਾਰ ਕੇ ਅਮਲ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੀਏ। ਪਰ ਉਹਦੇ ਵੀ ਜਿਹੜਾ 70 ਸਾਲ ਦਾ ਗੈਪ ਪੈ ਗਿਆ, ਪਹਿਲਾਂ ਤਾਂ ਮਤਲਬ ਕਿ ਫਲਸਫੇ ਤੇ ਚਰਚਾ ਨਹੀਂ ਹੋਏ। ਹਾਂ, ਇਹ ਕਹਿਣਾ ਪਵੇਗਾ ਕਿ ਆਪਣੇ ਪੰਜਾਬ ਯੂਨੀਵਰਸਿਟੀ ਦੇ ਜਿਹੜਾ ਸਿੱਖ ਸਟੱਡੀਜ਼ ਡਿਪਾਰਟਮੈਂਟ ਸੀਗਾ, ਪੰਜਾਬੀ ਡਿਪਾਰਟਮੈਂਟ ਸੀ 50ਵੇਂ 60ਵੇਂ ਦੇ ਵਿੱਚ, ਤੇ ਪਹਿਲੇ ਦਹਾਕੇ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਸਿੱਖ ਸਟੱਡੀਜ਼ ਦੇ ਪੰਜਾਬੀ ਉਹਨਾਂ ਦੇ ਵਿੱਚ ਕਾਫੀ ਸਾਰੇ ਵਿਦਵਾਨਾਂ ਨੇ ਬਹੁਤ ਸੋਹਣਾ ਕੰਮ ਕੀਤਾ। ਪਰ ਉਹ ਤੋਂ ਬਾਅਦ ਤੇ ਡ੍ਰਿਫਟ ਸ਼ੁਰੂ ਹੋ ਗਈ ਲੈਫਟ ਵੱਲ ਨੂੰ। ਜੀ ਔਰ ਉਸ ਡ੍ਰਿਫਟ ਨੇ ਸਿੱਖਾਂ ਦੇ ਵਿੱਚ ਕਹਿ ਲਓ ਕਿ ਸੈਲਫ ਕੰਟੇਨਡ ਸਿੱਖੀ ਫਲਸਫੇ ਦੇ ਆਧਾਰ ਤੇ ਜਿਹੜਾ ਸੰਵਾਦ ਡਿਵੈਲਪ ਹੋਣਾ ਚਾਹੀਦਾ ਸੀਗਾ ਉਹ ਡਿਵੈਲਪ ਜਿਸ ਪੱਧਰ ਤੇ ਹੋਣਾ ਚਾਹੀਦਾ ਨਹੀਂ ਹੋਣ ਦਿੱਤਾ। ਉਸ ਤੋਂ ਬਾਅਦ ਆਪਣੇ 1980ਵੇਂ ਦਾ ਕ੍ਰਾਈਸਿਸ ਪੈਦਾ ਹੋ ਗਿਆ, ਜਿਸ ਕ੍ਰਾਈਸਿਸ ਨੇ
ਸਾਨੂੰ ਮਤਲਬ ਕਿ ਮੁੜ ਕੇ ਇਸ ਸਥਿਤੀ ਦੇ ਲਿਆਉਣ ਲਈ ਅਜੇ ਵੀ ਨਹੀਂ ਆ ਸਕੇ, ਪਰ 30-35 ਵਰ੍ਹੇ ਲੱਗ ਗਏ ਹੈਗੇ। ਜੀ ਦੂਜੇ ਲਫ਼ਜ਼ਾਂ ਵਿੱਚ 70-75 ਸਾਲ ਦਾ ਜਿਹੜਾ ਬਾਵਜੂਦ ਅੰਗਰੇਜ਼ਾਂ ਦੀ ਗੁਲਾਮੀ ਦੇ, ਜਿੱਥੇ ਸਿੰਘ ਸਭਾ ਲਹਿਰ, ਸਿੱਖ ਸੁਧਾਰ ਲਹਿਰ, ਆਪਣੀ ਅਕਾਲੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਤੇ ਬਾਅਦ ਦੇ ਵਿੱਚ ਸਭ ਕੁਝ ਫਿਰ ਪੰਜਾਬੀ ਸੂਬੇ ਦੀ ਲਹਿਰ, ਫਿਰ ਬਾਅਦ ਦੇ ਵਿੱਚ ਧਰਮਯੁੱਧ ਲਹਿਰ, ਤੇ ਉਹ ਸਾਰੇ ਸ਼ੁਰੂ ਹੋਏ। ਇਹਦੇ ਵਿੱਚ ਜਿਹੜਾ ਨਿਰੰਤਰ ਸਿੱਖੀ ਸਿਧਾਂਤ 'ਤੇ ਆਧਾਰਿਤ ਪੰਜਾਬ ਦਾ ਵਿਕਾਸ ਕਿਵੇਂ ਹੋਵੇ, ਉਸ ਪਾਸੇ ਜਿਸ ਪੱਧਰ 'ਤੇ ਅਸੀਂ ਪਹੁੰਚਣਾ ਸੀ ਉੱਥੇ ਅਸੀਂ ਨਹੀਂ ਪਹੁੰਚ ਸਕੇ। ਜੀ ਇਸ ਕਰਕੇ ਜਿਹੜਾ ਸੰਵਾਦ ਆ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਗੈਪ ਆ ਉਹ ਆਉਂਦੇ ਗਏ। ਸੰਵਾਦ 'ਚ ਗੈਪ ਆਉਂਦਾ ਰਿਹਾ, ਤੇ ਮੈਂ ਹਾਂਜੀ। ਸੋਚਦਾ ਗੱਲ ਅੱਜ ਵੀ ਤਕਰੀਬਨ ਉਦਾਂ ਹੀ ਚੱਲ ਰਹੀ ਹੈ। ਇਹਦੇ ਵਿੱਚ ਕਾਫੀ ਹੱਦ ਤੱਕ ਇਹ ਹੋ ਰਿਹਾ ਕਿ ਜੇ ਤੁਸੀਂ ਦੇਖੋ ਕਿ ਲਿਖਤ ਪੜ੍ਹਤ ਉਹਦੇ ਵਿੱਚ ਕਮਜ਼ੋਰੀ ਵੀ ਆ ਰਹੀ ਹੈ ਤੇ ਮਜ਼ਬੂਤੀ ਆ ਰਹੀ ਹੈ। ਕਮਜ਼ੋਰੀ ਇਸ ਪੱਖੋਂ ਕਿ ਜਿਹੜਾ ਲਿਖਣ ਤੇ ਪੜ੍ਹਨ ਦਾ ਸੁਭਾਅ ਆ ਉਹ ਸੋਸ਼ਲ ਮੀਡੀਆ ਦੇ ਰੂਪ ਦੇ ਵਿੱਚ ਬਦਲ ਰਿਹਾ। ਜੀ ਕਿਉਂਕਿ ਲੋਕਾਂ ਵਾਸਤੇ ਇਹ ਬੈਠਿਆਂ ਬਿਠਾਇਆਂ ਵੀ ਅਸੀਂ ਆਪਣੇ ਜਿਹੜੇ ਵਿਚਾਰ ਆ ਉਹਨਾਂ ਨੂੰ ਰਿਕਾਰਡ ਕਰ ਦਈਏ। ਹੁਣ ਤਾਂ ਆਪਣੀ ਫੋਟੋ ਦੇ ਵਿੱਚ ਪਾ ਕੇ ਜਾਂ ਮਤਲਬ ਕਿ ਆਪਣੀ ਫਿਲਮ ਬਣਾ ਕੇ ਉਹਨੂੰ ਮਤਲਬ ਕਿ ਸੋਸ਼ਲ ਮੀਡੀਆ 'ਤੇ ਪਾਉਣ ਦਾ ਰਿਵਾਜ ਬਹੁਤ ਬਣ ਗਿਆ। ਤੇ ਹਰ ਇੱਕ ਨੇ ਇੱਕ ਕਿਸਮ ਦਾ ਆਪਣਾ ਇਹ ਇੱਕ ਕਿਸਮ ਵੀ ਸ਼ੁਗਲ ਵੀ ਬਣਾ ਲਿਆ ਜਾਂ ਦਿਲਚਸਪੀ ਵੀ ਕੰਮ ਕਰ ਲਈ, ਜਾਂ ਇਹ ਮਤਲਬ ਕਿ ਲਾਈਫ ਸਟਾਈਲ ਵੀ ਬਣਦਾ ਹੈਗਾ। ਉਹਦੇ ਵਿੱਚ ਕਾਫੀ ਸਾਰਾ ਜਿਹੜਾ ਸੰਵਾਦ ਆ ਉਹ ਸਾਹਮਣੇ ਆਉਣ ਲੱਗ ਪਿਆ। ਪਰ ਉਹ 'ਚ ਗੰਭੀਰਤਾ ਹੈਗੀ ਆ, ਉਹਦੇ ਵਿੱਚ ਇਹ ਕਮੀ ਹੈ। ਉਹਦੇ ਵਿੱਚ ਇਹ ਕਮੀ ਹੈਗੀ ਆ। ਜਿਹੜੀ ਨਵੀਨਤਾ ਆ ਉਹ ਟੈਕਨੋਲੋਜੀ ਦੀ ਹੈਗੀ ਆ, ਪਰ ਵਿਚਾਰਾਂ ਦੀ ਗੰਭੀਰਤਾ। ਹਾਂ, ਗੰਭੀਰਤਾ। ਹਾਂਜੀ, ਉਹਦੇ ਵਿੱਚ ਗੰਭੀਰਤਾ ਨਾਲੋਂ ਸੈਲਫ ਪ੍ਰੋਜੈਕਸ਼ਨ ਦੀ ਜ਼ਿਆਦਾ ਭਾਵਨਾ ਆ। ਅੱਛਾ, ਕਿਸੇ ਹੱਦ ਤੱਕ ਕੁਝ ਜਿਹੜੀਆਂ ਚੈਨਲਸ ਹੈਗੀਆਂ ਉਹਦੇ ਵਿੱਚ ਗੰਭੀਰਤਾ ਕਾਫੀ ਵੱਧ ਰਹੀ ਆ, ਜਿਹਦੇ ਵਿੱਚ ਫਲਸਫੇ ਦੀ ਵੀ ਗੱਲ ਹੁੰਦੀ ਆ, ਜਿਵੇਂ ਰਾਜਨੀਤਿਕ ਪਹਿਲੂਆਂ ਦੀ, ਆਰਥਿਕ ਪਹਿਲੂਆਂ ਦੀ, ਸੱਭਿਆਚਾਰਕ ਪਹਿਲੂਆਂ ਦੀ, ਵਾਤਾਵਰਣ ਦੇ ਪਹਿਲੂਆਂ ਦੇ, ਪੰਜਾਬ ਦੇ ਭਵਿੱਖ ਦੇ ਪਹਿਲੂਆਂ ਦੀ ਕਾਫੀ ਸਾਰੀ ਗੱਲਬਾਤ ਹੋ ਰਹੀ ਹੈ। ਪਰ ਉਹਦੇ ਵਿੱਚ ਜਿਹੜਾ ਬਹੁਤਾ ਗਲਾਮਾ ਹੈਗਾ ਉਹ ਗੰਭੀਰਤਾ ਦੀ ਬਜਾਏ ਮਨ ਪਰਚਾਵੇ ਵਾਲਾ ਜ਼ਿਆਦਾ ਹੈਗਾ। ਫਲਾਣੇ ਨੇ ਆਹ ਕਿਹਾ ਤਾਂ ਮੈਂ ਆਹ ਕਹਿਣਾ, ਤੇ ਫਲਾਣੇ ਨੇ ਆਹ ਕਿਹਾ ਤਾਂ ਮੈਂ ਉਹਦੇ ਉੱਪਰ ਵੱਧ ਕੇ ਆਹ ਕਹਿਣਾ ਹੈਗਾ। ਸੋਸ਼ਲ ਮੀਡੀਆ ਤੇ ਤਾਂ ਜਿਹੜਾ ਚੱਕਵੀਂ ਜੀ ਗੱਲ ਕਰਦਾ ਉਹ ਚੱਕਿਆ ਜਾਂਦਾ, ਇਦਾਂ ਗੱਲ ਉਹਦੀ ਗੱਲ ਤੁਰ ਪੈਂਦੀ ਹੈ। ਇੱਕ ਬੰਦਾ ਪੂਰੀ ਜ਼ਿੰਦਗੀ ਲਾ ਕੇ ਗੰਭੀਰਤਾ ਦੇ ਨਾਲ ਕਿਸੇ ਫਲਸਫੇ ਨਾਲ ਜੁੜ ਕੇ ਜਾਂ ਕਿਸੇ ਇਤਿਹਾਸ ਨਾਲ ਜੁੜ ਕੇ ਜਾਂ ਕਿਤੇ ਬੁਨਿਆਦਾਂ ਨਾਲ ਜੁੜ ਕੇ ਗੱਲ ਕਰ ਰਿਹਾ, ਪੂਰੀ ਜ਼ਿੰਦਗੀ ਉਹਨੇ ਉਸ ਗੱਲ ਦੇ ਉੱਤੇ ਲਾਈ ਹੋਈ ਆ, ਉਹਦੇ ਨੂੰ ਪੂਰੀ ਤਰ੍ਹਾਂ ਸਮਰਪਿਤ ਆ। ਹਾਂਜੀ, ਉਹ ਗੱਲ ਜਿਹੜੀ ਆ ਚੱਕਵੀਂ ਜੀ ਗੱਲ ਨਹੀਂ ਗੀ, ਗੰਭੀਰ ਗੱਲ ਚੱਕਵੀਂ ਜੀ ਨਹੀਂ ਹੋ ਸਕਦੀ। ਪਰ ਉਹਦੀ ਗੱਲ ਦੀ ਚਰਚਾ ਨਹੀਂ ਹੋ ਰਹੀ, ਜਿਹੜੀ ਗੱਲ ਚੱਕਵੀਂ ਜੀ ਉਹਦੀ ਚਰਚਾ ਹੋਣੀ ਸ਼ੁਰੂ ਹੋ ਜਾਂਦੀ ਆ। ਇਹਦਾ ਨੁਕਸਾਨ ਹੋ ਰਿਹਾ, ਇਹਦਾ ਬਹੁਤ ਸਾਰਾ ਨੁਕਸਾਨ ਹੋਇਆ। ਇਹਦੇ ਵਿੱਚ ਆਪਾਂ ਜ਼ਿੰਮੇਵਾਰ ਹੈ ਜੀ। ਆਪਾਂ ਜ਼ਿੰਮੇਵਾਰ ਇਸ ਕਰਕੇ ਮੈਂ ਕਹਿ ਰਿਹਾ ਕਿ ਇਹਦੇ ਲੈਵਲ ਜਿਹੜੇ ਹੈਗੇ ਆ, ਇਹਦੇ ਲੈਵਲ ਹੈਗੇ ਆ, ਇੱਕ ਤਾਂ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਵੱਖ-ਵੱਖ ਪਹਿਲੂ ਹੈਗੇ ਆ, ਖਾਸ ਕਰਕੇ ਇਤਿਹਾਸ ਕਮੇਟੀ ਤੋਂ ਲੈ ਕੇ ਪ੍ਰਚਾਰ ਕਮੇਟੀਆਂ ਤੱਕ, ਮੈਂ ਸਮਝਦਾ ਕਿ ਬਾਵਜੂਦ ਇਸ ਗੱਲ ਦੇ ਕਾਂਗਰਸ ਨੂੰ ਇੱਕ ਪਾਸੇ ਛੱਡ ਲਈਏ, 20 ਸਾਲ ਲਗਭਗ, ਥੋੜ੍ਹਾ ਬਹੁਤ ਵੱਧ ਘੱਟ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਭਾਵ ਰਿਹਾ ਪੰਜਾਬ ਦੇ ਵਿੱਚ, ਰਾਜ ਰਿਹਾ, ਕੰਟਰੋਲ ਰਿਹਾ। ਜਿਸ ਪੱਧਰ ਤੱਕ ਸਿੱਖ ਇੰਟੈਲੀਜੈਂਸੀਆ, ਸਿੱਖ ਸੱਭਿਆਚਾਰ ਨੂੰ ਅਗਾਂਹ ਵਧਾਉਣ ਵਾਸਤੇ ਯੂਨੀਵਰਸਿਟੀਆਂ ਵਿੱਚ ਸਿੱਖ ਵਿਦਵਾਨਾਂ ਨੂੰ, ਸਿੱਖ ਵਿਦਿਆਰਥੀਆਂ ਨੂੰ, ਸਿੱਖ ਖੋਜੀਆਂ ਨੂੰ, ਸਿੱਖ ਵਿਦਿਆਰਥੀਆਂ ਨੂੰ ਉਭਾਰਨਾ ਚਾਹੀਦਾ ਸੀ, ਉਹ ਨਹੀਂ ਉਭਾਰ ਸਕੇ। ਇਹਦੇ ਵਿੱਚ ਅਗਾਂਹ ਮਤਲਬ ਕਿ ਇਹ ਤੋਂ ਸਿੱਖ ਕੇ ਕੰਮ ਕਰ ਸਕਣ ਤਾਂ ਆਸ ਕੀਤੀ ਜਾ ਸਕਦੀ ਹੈ। ਅਤੇ ਇਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵੀ ਸਥਾਪਿਤ ਹੋਈ ਹੈ ਅਤੇ ਇਸ ਤਰ੍ਹਾਂ ਦੇ ਹੋਰ ਅਦਾਰੇ ਵੀ ਹੈਗੇ ਆ, ਪਰ ਜਿਸ ਪੱਧਰ ਤੱਕ ਇਹ ਜਿਹੜਾ ਵਿਚਾਰ ਆ ਲਿਜਾਣਾ ਚਾਹੀਦਾ ਸੀ, ਅਮਲ ਦੇ ਵੀ ਲਿਆਉਣਾ ਚਾਹੀਦਾ ਸੀ, ਉਹਦੇ ਵਿੱਚੋਂ ਆਪਾਂ ਬਹੁਤ ਪਿੱਛੇ ਰਹਿ ਗਏ ਹਾਂ। ਔਰ ਜਿਸ ਕਿਸਮ ਦੀ ਪੈਟਰਨੇਜ ਕਾਂਗਰਸ ਨੇ ਲੈਫਟ ਨੂੰ ਦਿੱਤੀ ਆ, ਜਾਂ ਕਹਿ ਲਓ ਕਿ ਲੈਫਟ ਸੈਕੂਲਰ ਸਮਾਜਵਾਦੀ ਵਿਚਾਰਧਾਰਕ ਲੋਕਾਂ ਨੂੰ ਦਿੱਤੀ ਹੈ, ਉਹ ਜਿਹੜੀ ਸਿੱਖ ਵਿਚਾਰਧਾਰਕ ਉਭਾਰ ਸ਼ਕਤੀ ਸਿੱਖ ਵਿਦਵਾਨਾਂ ਨੂੰ, ਵਿਦਿਆਰਥੀਆਂ ਨੂੰ, ਖੋਜੀਆਂ ਨੂੰ ਮਿਲਣੀ ਚਾਹੀਦੀ ਸੀ, ਉਹ ਮਤਲਬ ਵੀ ਪੰਜਾਬ ਸਰਕਾਰ ਤੋਂ, ਭਾਵ ਅਕਾਲੀ ਲੈਡ ਪੰਜਾਬ ਸਰਕਾਰ ਤੋਂ ਨਹੀਂ ਮਿਲ ਸਕੀ, ਕਿਸੇ ਵੀ ਅਦਾਰੇ ਤੋਂ ਨਹੀਂ ਮਿਲੀ, ਕਿਸੇ ਵੀ ਰਾਏ। ਹਾਂ, ਬਿਲਕੁਲ। ਅਤੇ ਮਤਲਬ ਕਿ ਮੈਂ ਇਹ ਨਹੀਂ ਆਸ ਕਰਦਾ ਜੀ ਵੀ ਕਾਂਗਰਸ ਨੂੰ ਕੋਈ ਇੰਨੀ ਦਿਲਚਸਪੀ ਨਹੀਂ ਵੀ ਉਹ ਸਿੱਖ ਫਲਸਫੇ ਨੂੰ ਉਧਾਰ ਸਕੇ। ਇਹ ਠੀਕ ਹੈ ਵੀ ਜੋ ਸਾਡੇ ਕੋਲ ਵੱਡੇ ਸਮਾਗਮ ਆਉਂਦੇ ਆ, ਆਪਣੇ ਆਪ ਨੂੰ ਵੋਟਾਂ ਖਾਤਰ ਉਭਾਰਨ ਵਾਸਤੇ, ਉਹ ਗੁਰਪੁਰਬ ਵੀ ਮਨਾਉਣਗੇ, ਸਮਾਗਮ ਵੀ ਕਰਨਗੇ, ਇਵੈਂਟਸ ਵੀ ਮੋਹਰੇ ਲਿਆਉਣਗੇ ਅਤੇ ਸਥਾਨਾਂ 'ਤੇ ਵੀ ਜਾਣਗੇ, ਪਰ ਜਿਹੜੀ ਕਹਿ ਲਓ ਕਿ ਪੈਸ਼ਨ ਦੇ ਤੌਰ 'ਤੇ, ਜਨੂੰਨ ਦੇ ਤੌਰ 'ਤੇ, ਕਨਵਿਕਸ਼ਨ ਦੇ ਤੌਰ 'ਤੇ ਜਾਂ ਕਮਿਟਮੈਂਟ ਦੇ ਤੌਰ 'ਤੇ ਸਿੱਖ ਸੱਭਿਆਚਾਰ ਦੇ ਨਾਲ, ਸਿੱਖ ਸਿਧਾਂਤਾਂ ਦੇ ਨਾਲ, ਸਿੱਖ ਫਲਸਫੇ ਦੇ ਨਾਲ
ਔਰ ਸਿੱਖੀ ਦੇ ਨਾਲ ਜਿਹੜੀ ਇੱਕ ਮਿਕਤਾ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣੀ ਚਾਹੀਦੀ ਹੈ, ਉਹ ਬਾਕੀਆਂ ਦੀ ਨਹੀਂ ਹੋ ਸਕਦੀ। ਹੋਣੀ ਚਾਹੀਦੀ ਪਰ ਉਹ ਵੀ ਹੈ ਨਹੀਂ, ਉਹ ਵੀ ਹੈ ਨਹੀਂ, ਉਹਦੇ ਵਿੱਚ ਬਹੁਤ ਵੱਡੀਆਂ ਕਮੀਆਂ ਹੈਗੀਆਂ। ਔਰ ਮਤਲਬ ਕਿ ਆਪਾਂ ਤਾਂ ਇਹ ਆਸ ਤੇ ਅਰਦਾਸ ਤੇ ਕੰਮ ਵੀ ਕਰ ਸਕਦੇ ਹਾਂ ਜੇ ਹੱਦ ਤੱਕ ਸੰਭਵ ਹੋਵੇ ਵੀ ਉਹ ਇਸ ਪਾਸੇ ਆ ਕੇ ਇਸ ਪਾਸੇ ਗੰਭੀਰਤਾ ਦੇ ਨਾਲ ਥੋੜ੍ਹਾ ਸ਼ਬਦ ਗੰਭੀਰਤਾ ਦੇ ਨਾਲ ਅਗਾਂਹ ਪੈਰ ਪੱਟ ਸਕਣ। ਇਹਦੇ ਕਰਕੇ ਸਾਡੀ ਮਤਲਬ ਕਿ ਕਾਫੀ ਇੱਕ ਕਿਸਮ ਦੀ ਫ੍ਰੈਕਚਰਿੰਗ ਹੋ ਰਹੀ ਹੈ ਸਮਾਜ ਦੇ ਵਿੱਚ, ਜਿਹੜੀ ਇਕਸਾਰਤਾ ਆ। ਕਿਉਂਕਿ ਦੇਖੋ ਜਿਹੜਾ ਦਾ ਵੱਡਾ ਮੀਡੀਆ ਹੈਗਾ ਪੰਜਾਬ ਦਾ, ਚਾਹੇ ਅੰਗਰੇਜ਼ੀ ਲੈ ਲਓ, ਚਾਹੇ ਪੰਜਾਬੀ ਲੈ ਲਓ, ਚਾਹੇ ਹਿੰਦੀ ਭਾਸ਼ਾ ਲੈ ਲਓ, ਉਹ ਹੈਗੇ ਆ ਸਰਕਾਰੀ, ਉਹ ਤਾਂ ਕਮਰਸ਼ੀਅਲ ਹੋਣਗੇ ਜੀ, ਬਾਕੀ ਕਮਰਸ਼ੀਅਲ ਕੋਈ ਵੀ ਮੀਡੀਆ ਹੋਵੇ, ਕਾਰਪੋਰੇਟ ਤੇ ਗਵਰਨਮੈਂਟ ਐਡਵਰਟਸ ਡਰਿਵਨ ਹੈਗੇ ਆ ਜੀ। ਉਹਨਾਂ ਦੀ ਤੁਸੀਂ ਐਡੀਟੋਰੀਅਲ ਐਨਾਲਾਈਜ਼ ਕਰ ਲਓ, ਉਹਨਾਂ ਦੀਆਂ ਹੈਡਲਾਈਨਾਂ ਐਨਾਲਾਈਜ਼ ਕਰ ਲਓ, ਉਹਨਾਂ ਨੂੰ ਮਤਲਬ ਵੀ ਬਿਲਕੁਲ ਸਿੱਖ ਸੱਭਿਆਚਾਰ, ਸਿੱਖ ਸਦਾਚਾਰ, ਸਿੱਖ ਫਲਸਫੇ, ਗੁਰੂ ਨਾਨਕ ਦਾ ਸਿਧਾਂਤ, ਪੰਜਾਬ ਦੇ ਵਿੱਚ ਵਾਤਾਵਰਨ ਦਾ ਕੀ ਹਾਲ ਆ, ਸਮਾਜ ਦਾ ਕੀ ਹਾਲ ਆ, ਇਸ ਪਾਸੇ ਨਾਲੋਂ ਘੱਟ ਵੱਧ ਉਹਨਾਂ ਦਾ ਹੈਗਾ ਕਿ ਪਰਸਨੈਲਿਟੀਜ਼, ਪਾਰਟੀਆਂ ਤੇ ਪਾਵਰ, ਇਸ ਪਾਸੇ ਨੂੰ ਮਤਲਬ ਕਿ ਸਾਰਾ ਚੱਲ ਰਿਹਾ ਹੈ। ਮੈਨੂੰ ਨਾ ਤੁਹਾਡੀ ਜਦੋਂ ਹੁਣ ਇਹ ਗੱਲ ਕੀਤੀ ਮੀਡੀਆ ਦੀ, ਤੇ ਪਿਛਲੀ ਵਾਰੀ ਆਪਾਂ ਪਿਛਲੇ ਐਪੀਸੋਡ ਦੇ ਆਪਾਂ ਵੀਟੋ ਦੀ ਗੱਲ ਕੀਤੀ ਸੀ, ਉਦੋਂ ਵੀ ਮੈਨੂੰ ਆਪਣੀ ਨਾ ਇੱਕ ਗਜ਼ਲ ਦੇ 2-3 ਸ਼ੇਰ ਯਾਦ ਆਏ ਸੀਗੇ। ਮੈਂ ਹੁਣ ਫਿਰ ਦੁਬਾਰਾ ਉਹ ਯਾਦ ਆ ਗਿਆ, ਬਸ ਸਾਂਝੇ ਕਰ ਲਵਾਂ ਜੇ ਤੁਸੀਂ ਕਹੋ ਤਾਂ। ਜ਼ਰੂਰ ਕਰੋ। ਇਹ ਇਸੇ ਗੱਲ ਨਾਲ ਕਿ ਜਿਨ੍ਹਾਂ ਕੋਲ ਤਾਕਤ ਹੁੰਦੀ ਹੈ ਉਹਨਾਂ ਕੋਲ ਵੀਟੋ ਹੁੰਦੀ ਹੈ, ਵੀਟੋ ਹੁੰਦੀ ਹੈ। ਔਰ ਜਿਨ੍ਹਾਂ ਕੋਲ ਤਾਕਤ ਹੁੰਦੀ ਆ ਦੁਨੀਆ ਦੇ ਸਾਧਨ ਵੀ ਉਹਨਾਂ ਕੋਲ ਹੁੰਦੇ ਆ, ਉਹਨਾਂ ਕੋਲ ਹੁੰਦੇ, ਤਾਕਤ ਨਾਲ ਹੀ ਇਕੱਠੇ ਕਰ ਲੈਂਦੇ ਉਹ। ਰਾਜਨੀਤਿਕ ਤਾਕਤ ਪਹਿਲਾਂ, ਅੱਜ ਦੇ ਬਾਕੀ ਸਾਧਨ ਇਕੱਠੇ ਕਰਕੇ ਹੋਰ ਤਾਕਤਵਰ ਜਾਂਦੇ ਆ। ਔਰ ਮੇਰੀ ਗਜ਼ਲ ਦੇ ਉਹ ਮੈਨੂੰ ਪੂਰੇ ਤੇ ਯਾਦ ਨਹੀਂ ਹੋਣੇ, ਪਰ ਮੈਂ ਜਿਹੜੇ 2-3 ਯਾਦ ਹੁੰਦੇ ਮੈਂ ਸਾਂਝੇ ਕਰ ਲੈਣਾ। ਐ ਲੇਖਕ ਜੀ ਕਾਹਨੂੰ ਐਵੇਂ ਕਾਗਜ਼ ਕਾਲੇ ਕਰਦੇ ਹੋ, ਅੱਜ ਦੇ ਦਿਨ ਅੱਜ ਦੇ ਯੁੱਗ ਵਿੱਚ ਤੇਤੋਂ ਦੁਨੀਆ ਜਿੱਤਣੀ ਹੋਣੀ ਕਾਗਜ਼ ਕਲਮਾਂ ਦੇ ਕੁਝ ਵਾਰਾਂ ਨਾਲ। ਐ ਲੇਖਕ ਜੀ ਕਾਹਨੂੰ ਐਵੇਂ ਕਾਗਜ਼ ਕਾਲੇ ਕਰਦੇ ਹੋ, ਤੇਤੋਂ ਦੁਨੀਆ ਜਿੱਤਣੀ ਹੋਣੀ ਕਲਮਾਂ ਦੇ ਕੁਝ ਵਾਰਾਂ ਨਾਲ। ਐਟਮ ਵਾਲੇ ਵੀਟੋ ਕਰਕੇ ਬਾਤ ਬੰਬਾਂ ਦੀ ਪਾਉਂਦੇ ਨੇ, ਤੇਤੋਂ ਗੱਲ ਕਹਿਣੀ ਹੋਣੀ ਅਮਨ ਅਹਿੰਸਾ ਪਿਆਰਾਂ ਨਾਲ। ਡੰਗ ਟਪਾਊ ਪਰਚੇ ਅੰਦਰ, ਸੱਚ ਹਮੇਸ਼ਾ ਛੁਪਿਆ ਰਹਿੰਦਾ ਡੰਗ ਟਪਾਊ ਪਰਚੇ ਅੰਦਰ। ਲੁੱਟੂ ਦੀ ਹੈ ਸਾਂਝ ਪੁਰਾਣੀ ਛਪਣਯੋਗ ਅਖਬਾਰਾਂ ਨਾਲ, ਕਿਉਂਕਿ ਬੜੇ ਚਿਰਾਂ ਬਾਅਦ ਬੜੇ ਪੁਰਾਣੇ ਲਿਖੇ ਹੋਏ ਸੀਗੇ। ਪਰ ਉਹ ਮੈਨੂੰ ਲੱਗੇ ਵੀ ਜਿਹੜੀ ਗੱਲ ਕਰ ਢੁਕਦੀ ਤਾਂ ਕਰਕੇ ਉਹ ਤਾਂ ਕਰਕੇ ਅੱਗੇ ਪਿੱਛੇ ਕੋਈ ਸ਼ਬਦ ਕਹਿ ਗਿਆ ਕਿ ਸੱਚ ਹਮੇਸ਼ਾ ਛੁਪਿਆ ਰਹਿੰਦਾ ਡੰਗ ਟਪਾਊ ਪਰਚੇ ਅੰਦਰ, ਲੁੱਟੂ ਦੀ ਹੈ ਸਾਂਝ ਪੁਰਾਣੀ ਛਪਣਯੋਗ ਅਖਬਾਰਾਂ ਨਾਲ। ਅਖਬਾਰ ਹੋਣ, ਚੈਨਲ ਹੋਣ, ਜੋ ਮਰਜ਼ੀ ਹੋਣ, ਜਿਹੜੇ ਵੱਡੇ ਅਦਾਰੇ ਹੁੰਦੇ ਆ ਉਹਨਾਂ ਦੇ ਉੱਤੇ ਵੱਡਿਆਂ ਘਰਾਣਿਆਂ ਦਾ, ਵੱਡਿਆਂ ਕਾਰਪੋਰੇਟਾਂ ਦਾ ਹੀ ਜਾਂ ਸਰਕਾਰਾਂ ਦਾ ਹੀ ਕਬਜ਼ਾ ਹੁੰਦਾ ਆ। ਤੇ ਉਹ ਤੁਹਾਡੀ ਗੱਲ ਜਿਹੜੀ ਜਾਣ ਨਹੀਂ ਦਿੰਦੇ। ਉਹ ਇਸ ਹਾਲਾਤ ਦੇ ਵਿੱਚ ਜਦੋਂ ਇਹ ਹਾਲਾਤ ਬਣ ਚੁੱਕੀ ਹੋਈ ਆ, ਇਹ ਤੁਹਾਨੂੰ ਆਪਣੇ ਅਦਾਰਿਆਂ ਤੋਂ ਕੋਈ ਵੱਡੇ ਅਦਾਰੇ ਉਹਨਾਂ ਤੋਂ ਕੋਈ ਲਿਆਸ ਨਹੀਂ ਲੱਗਦੀ। ਉਹ ਇੰਨੇ ਜਿੰਨੇ ਉਹਨਾਂ ਨੂੰ ਹੋਣਾ ਚਾਹੀਦਾ ਆ, ਇਹ ਆਪਣੇ ਲਈ ਪੂਰਾ ਤਰ੍ਹਾਂ ਨਾਲ ਆਪਣੇ ਲੇਖਕਾਂ ਨੂੰ, ਆਪਣੇ ਫਲਸਫਿਆਂ ਨੂੰ, ਆਪਣੇ ਫਲਸਫੇ ਨੂੰ ਸੇਧ ਦੇਣ ਵਾਲੇ ਉਸ ਪੱਧਰ 'ਤੇ ਨਹੀਂ ਉਤਰਦਾ ਜਦੋਂ ਪੂਰੇ। ਬਾਕੀਆਂ ਬਾਹਰਲਾ ਤਾਂ ਉੱਦਾਂ ਕੋਈ ਆਸ ਨਹੀਂ। ਉਸ ਹਾਲਾਤ ਦੇ ਵਿੱਚ ਜਿਹੜਾ ਆਮ ਬੰਦਾ ਉੱਠ ਕੇ ਜਿਹੜਾ ਖੜਾ ਹੈ, ਜਿਹੜਾ ਗੁਰੂ ਨਾਨਕ ਫਲਸਫਾ ਕਮੇਟੀ, ਉਹਨੂੰ ਕਰਨਾ ਚਾਹੀਦਾ। ਹਾਂਜੀ, ਇਹ ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪੁਰਬ 'ਤੇ ਹਾਂਜੀ ਐਸੀ ਕਿਤਾਬ 'ਤੇ ਆਧਾਰਿਤ ਆਪਣੇ ਜਦੋਂ ਬਰਮਿੰਘਮ ਯੂਨੀਵਰਸਿਟੀ ਵਿੱਚ 3 ਦਿਨਾਂ ਪ੍ਰੋਗਰਾਮ ਸੀਗਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਜੀ ਕੀਤਾ, ਇਹਨਾਂ ਨੇ ਕੀਤਾ ਸੀਗਾ। ਹਾਂਜੀ, ਉਹਦੇ ਵਿੱਚ ਇੱਕ ਸੈਸ਼ਨ ਸੀਗਾ ਜਿਹਦੇ ਵਿੱਚ ਪਰਚਾ ਪ੍ਰੈਜ਼ੈਂਟ ਕੀਤਾ ਸੀਗਾ ਜੀ। ਤੇ ਮੇਰੇ ਯਾਦ ਦੇ ਵਿੱਚ ਆ ਗਿਆ ਵੀ ਭਾਈ ਮਹਿੰਦਰ ਸਿੰਘ ਹੋਰਾਂ ਨੇ ਸਵਾਲ ਕੀਤਾ, ਕਹਿੰਦੇ ਵੀ ਐਡੀ ਸ਼ਕਤੀ ਆਪਾਂ ਕਿਵੇਂ ਪੈਦਾ ਕਰ ਸਕਦੇ ਹਾਂ ਜੀ, ਕਿਸ ਰੂਪ ਦੇ ਵਿੱਚ ਪ੍ਰਭਾਵ ਗੁਰੂ ਨਾਨਕ ਸਾਹਿਬ ਦਾ ਫਲਸਫਾ ਆਪਣਾ ਕਾਇਮ ਕਰ ਸਕਦਾ, ਕਿਉਂਕਿ ਆਪਾਂ ਗੱਲ ਕਰ ਚੁੱਕੇ ਹਾਂ, ਬਹੁਤ ਘੱਟ ਗਿਣਤੀ ਹੈਗੇ ਆ ਜੀ। ਤੇ ਮੇਰੇ ਮਨ ਦੇ ਵਿੱਚ ਉਹ ਭਾਵਨਾ ਪੈਦਾ ਹੋਈ, ਉਸ ਵਿਚਾਰ ਦੀ ਜਿਹੜਾ ਸੰਵਾਦ ਉੱਥੋਂ ਪੈਦਾ ਹੋਇਆ ਬਰੀਫ ਸੀਗਾ। ਮੈਂ ਬੇਨਤੀ ਕੀਤੀ ਕਿ ਬਹੁਤ ਸਾਰੀ ਮਤਲਬ ਸੰਗਤ ਜੁੜੀ ਸੀਗੀ ਉਸ ਵੇਲੇ ਹਾਂਜੀ, ਕਿ 3 ਗੱਲਾਂ ਜਿਹੜੀਆਂ ਉਹ ਬੁਨਿਆਦੀ ਹੈਗੀਆਂ ਜੀ। ਗੁਰੂ ਨਾਨਕ ਸਾਹਿਬ ਦੇ ਕੋਲ, ਗੁਰੂ ਸਾਹਿਬਾਨ ਦੇ ਕੋਲ ਮੁਗਲਾਂ ਜਿਹੜੀਆਂ ਫੌਜਾਂ ਨਹੀਂ ਸੀਗੀਆਂ ਜੀ, ਨਾ ਇਹਨੇ ਸੋਮੇ ਸੀਗੇ ਜੀ, ਨਾ ਇਹਨੇ ਸ਼ਕਤੀ ਸੀਗੀ, ਨਾ ਆਪਣੇ ਪਾਸ ਹੁਣ ਹੈਗੇ ਆ। ਪਰ ਗੁਰੂ ਨਾਨਕ ਸਾਹਿਬ ਦੇ ਕੋਲ ਜੋ ਸੀਗਾ ਉਹ ਸੀ ਸਦਾਚਾਰ ਜੀ, ਉਹ ਸੀਗੀ ਰੂਹਾਨੀ ਸ਼ਕਤੀ ਜੀ, ਉਹ ਸੀਗੀ ਅਧਿਆਤਮਿਕ ਸ਼ਕਤੀ ਜੀ, ਤੇ ਉਹ ਸੀਗਾ ਕਹਿ ਲਓ ਕਿ ਸਟੈਂਡਰਡ, ਜਿਸ ਸਟੈਂਡਰਡ ਤੋਂ ਨੀਵਾਂ ਉਹਨਾਂ ਨੇ ਨਾ ਉਹ ਚਾਹੁੰਦੇ ਸੀਗੇ ਸੰਗਤਾਂ ਹੋਣ ਤੇ ਨਾ ਆਪ ਹੋਣਾ ਜੀ, ਤੇ ਉਸ ਤੋਂ ਉੱਪਰ ਰਾਈਜ਼ ਹੋਣਾ।
ਤੇ ਸਵਾਲ ਇਹ ਹੈਗਾ ਵੀ ਮਾਡਰਨ ਯੁੱਗ ਦੇ ਵਿੱਚ, ਕਿਉਂਕਿ ਤੁਹਾਡਾ ਪ੍ਰੋਗਰਾਮ ਮਾਡਰਨ ਯੁੱਗ ਦੀ ਆਪਾਂ ਅੱਜ ਕੱਲ੍ਹ ਦੀ ਗੱਲ ਕਰਨੀ ਜੀ, ਹੈਗੀ ਆ, ਜੀ ਮਾਡਰਨ ਯੁੱਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਆ ਉਹਦਾ ਜਿਹੜਾ ਸਟੈਂਡਰਡ ਬੇਅਰ ਕੌਣ ਹੋਵੇ? ਜੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਸਟੈਂਡਰਡ ਬੇਅਰ ਸਦਾਚਾਰਕ ਵੀ, ਅਧਿਆਤਮਕ ਵੀ, ਰੂਹਾਨੀਅਤ ਨਾਲ ਹੀ ਹੈ ਹਾਂਜੀ ਤੇ ਕਾਨੂੰਨੀ ਵੀ, ਹਾਂਜੀ ਜੇ ਉਹ ਕਾਨੂੰਨ ਪਾਸ ਹੋਏ ਸਹੀ ਤੌਰ ਤੇ ਹਾਂਜੀ ਲੋਕਾਂ ਦੀ ਸਹਿਮਤੀ ਦੇ ਨਾਲ, ਹਾਂਜੀ ਇਹ ਤੇ ਜਿਹੜੇ ਕਸਟੋਡੀਅਨ ਆ ਤੇ ਇਹਨੂੰ ਮਤਲਬ ਵੀ ਸਾਂਭਣ ਤੇ ਗਾਂ ਉਭਾਰਨ ਵਾਲਾ ਉਹ ਹੈਗਾ ਅਕਾਲ ਤਖਤ ਸਾਹਿਬ। ਜੀ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਕਸਟੋਡੀਅਨ ਅਕਾਲ ਤਖਤ ਸਾਹਿਬ ਹੈ। ਬਿਲਕੁਲ ਠੀਕ ਹੈ। ਔਰ ਉਸ ਅਕਾਲ ਤਖਤ ਸਾਹਿਬ ਦੀ ਜਿਹੜੀ ਇੰਟਰਪ੍ਰੀਟੇਸ਼ਨ, ਤੇ ਜਿਵੇਂ ਆਪਾਂ ਗੱਲ ਕੀਤੀ ਸੀ ਨਾ ਪਿੱਛੇ ਵੀ ਗੁਰਬਾਣੀ ਪੜ੍ਹਨੀ, ਸੁਣਨੀ, ਵਿਚਾਰਨੀ, ਵਿਆਖਣੀ, ਸਮਝਣੀ, ਵਿਸਥਾਰਨੀ ਤੇ ਗਾਂ ਮਤਲਬ ਵੀ ਉਹਨੂੰ ਅਮਲ ਦੇ ਵਿੱਚ ਲਿਆਉਣਾ, ਹਾਂਜੀ ਉਹ ਹੈਗਾ ਅਕਾਲ ਤਖਤ ਸਾਹਿਬ ਦੇ ਵਿੱਚ ਜਿਹਦੀ ਵੀ ਸ਼ਮੂਲੀਅਤ ਆ, ਜਿਹਦੀ ਵੀ ਹਾਜ਼ਰੀ ਹੈਗੀ ਹੈ, ਜੋ ਵੀ ਉੱਥੇ ਮੁਖੀ ਹੈਗਾ, ਉਹਨਾਂ ਦੀ ਜਾਂ ਪੰਜਾਂ ਸਿੰਘਾਂ ਦੀ ਜ਼ਿੰਮੇਵਾਰੀ ਬਣਦੀ ਹੈ। ਔਰ ਉਹ ਜਿਹੜਾ ਸਦਾਚਾਰ ਉਹਨਾਂ ਦਾ ਜਿਹੜਾ ਸੰਵਾਦਕ ਰਿੜਕ ਕੇ ਵਿਚਾਰ ਸਾਹਮਣੇ ਲਿਆਉਣਾ, ਉਹ ਅਪਲਾਈ ਹੋਣਾ ਚਾਹੀਦਾ। ਯੂਨਾਈਟਿਡ ਨੇਸ਼ਨ ਗਲਤੀ ਕਰੇ ਤਾਂ ਉਹਨਾਂ ਦੇ ਪਾਸ ਇੰਨੀ ਸਦਾਚਾਰਕ ਜਾਂ ਮਤਲਬ ਵੀ ਕਹਿ ਲਓ ਕਿ ਮੋਰਲ ਸ਼ਕਤੀ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਗੱਲ ਵਿਸ਼ਵ ਪੱਧਰ ਤੇ ਕਰ ਸਕਣ ਕਿ ਤੁਸੀਂ ਆਹ ਗੱਲ ਗਲਤ ਕਰ ਰਹੇ ਹੋ ਜੀ, ਵੀ ਤੁਸੀਂ ਵਿਸ਼ਵ ਦੀਆਂ ਵੱਡੀਆਂ ਤਾਕਤਾਂ ਨੂੰ ਪਰਮਾਣੂ ਹਥਿਆਰਾਂ ਵੱਲ ਵਧਣ ਤੋਂ ਰੋਕਣ ਤੋਂ ਅਸਮਰਥ ਹੋ ਰਹੇ ਹੋ, ਤੁਹਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ। ਇਹ ਮਤਲਬ ਵੀ ਸ਼ਕਤੀ ਉਹਨਾਂ ਦੇ ਵਿੱਚ ਹੋਣੀ ਚਾਹੀਦੀ ਹੈ। ਇਹ ਗੁਰੂ ਨਾਨਕ ਸਾਹਿਬ ਦਾ ਉਸ ਪੱਧਰ ਦੇ ਬੰਦੇ ਉੱਥੇ ਬੈਠੇ, ਉਸ ਪੱਧਰ ਤੇ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਪੂਰੀ ਤਰ੍ਹਾਂ ਸਹਾਈ ਆ, ਤੁਹਾਨੂੰ ਸ਼ਕਤੀ ਦਿੰਦਾ। ਕਿਉਂਕਿ ਆਪਾਂ ਸਭੇ ਸਾਂਝੀ ਵਾਲਸ ਦਾ ਕੋਈ ਨਾ ਆਪਣੇ ਕੋਲ ਮਿੰਟ ਸਿਰਫ ਹੀਲੇ 2-3 ਹੀ ਆ। ਮੇਰਾ ਖਿਆਲ ਇਸ ਚਲਦੇ ਪਰ ਕਰਨ ਦਾ ਜਿਹੜਾ ਆਪਣਾ ਚੱਲਦਾ ਗੁਰੂ ਨਾਨਕ ਫਲਸਫਾ, ਉਹਦੇ ਬਾਰੇ ਪ੍ਰੋਗਰਾਮ ਵੀ ਸ਼ਾਇਦ ਆਖਰੀ ਆ। ਇਹ ਕੋਈ ਜਿਹੜੀ ਗੱਲ ਕਹਿਣ ਵਾਲੀ ਆ ਤੁਸੀਂ ਚਾਹੁੰਦੇ ਹੋ ਅਖੀਰ ਦੇ ਵਿੱਚ ਬੇਸ਼ੱਕ? ਸਿਰਫ ਇਹ ਮਤਲਬ ਵੀ 5 ਪਹਿਲੂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਆਪਾਂ ਸਾਹਮਣੇ ਲਿਆਂਦੇ ਹੈਗੇ ਆ। ਹਾਂਜੀ, ਇੱਕ ਤਾਂ ਹੈਗਾ ਕਿ ਆਪਣੇ ਧਰਤੀ ਤੇ ਆਪਣੇ ਲੋਕਾਂ ਦੀ ਜਿੱਥੇ ਵੀ ਤੁਸੀਂ ਵਿਚਰਦੇ ਹੈਗੇ ਆ, ਹਾਂਜੀ, ਆਪਣੀ ਸੁਰੱਖਿਅਤਾ ਤੇ ਆਪਣੇ ਲੋਕਾਂ ਦੀ ਸੁਰੱਖਿਅਤਾ ਤੇ ਧਰਤੀ ਦੀ ਸੁਰੱਖਿਅਤਾ, ਜੀ ਉਹਦੇ ਨਾਲ ਮਤਲਬ ਵੀ ਸਰਕਾਰਾਂ ਤੇ ਰਾਜ ਪ੍ਰਬੰਧ ਤੇ ਸਾਰੇ ਜਿਹੜੀ ਵਾਤਾਵਰਨ ਆ, ਹਾਂਜੀ, ਉਹਦੀ ਸਾਂਭ ਸੰਭਾਲ, ਫਿਰ ਕਿਰਤ, ਵਣਜ, ਵਪਾਰ ਤੇ ਸੇਵਾਵਾਂ, ਤੇ ਇਸ ਤੋਂ ਆਗੂ ਤੇ ਅਗਵਾਈਆਂ ਦੀ ਜਿਹੜੀ ਸਦਾਚਾਰਤਾ, ਤੇ ਫਿਰ ਸਾਫ਼ ਸੁਥਰੇ ਵਾਤਾਵਰਨ ਦੇ ਨਾਲ ਨਾਲ ਜਿਹੜੀ ਬੌਧਿਕ ਤੇ ਸੰਵਾਦਕ ਸ਼ਕਤੀ ਕਾਇਮ ਕਰਨੀ ਹੈਗੀ ਆ, ਉਹ ਬਹੁਤ ਜ਼ਰੂਰੀ ਆ। ਗੁਰੂ ਨਾਨਕ ਦਾ ਫਲਸਫਾ ਇਸੇ ਤੇ ਆਧਾਰਿਤ ਹੈਗਾ, ਇਹੋ ਹੀ ਆਪਾਂ ਨੂੰ ਅਗਵਾਈ ਦਿੰਦਾ ਜੀ। ਸੰਗਤ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਬੇਸ਼ੱਕ ਤੁਹਾਡੀ ਕਿਤਾਬ ਨੂੰ ਆਧਾਰ ਬਣਾ ਕੇ ਹੀ ਇਹ ਸਾਰੇ 8 ਐਪੀਸੋਡ ਹੁਣ ਤੱਕ ਕੀਤੇ ਗਏ ਆ, ਗੁਰੂ ਨਾਨਕ ਸਾਹਿਬ ਦਾ ਰਾਜਨੀਤਿਕ ਫਲਸਫਾ। ਪਰ ਇਹਦੇ ਵਿੱਚੋਂ ਕਈ ਗੱਲਾਂ ਮੈਨੂੰ ਲੱਗਦਾ ਕਿ ਮੈਂ ਕਿਤਾਬ ਪੜ੍ਹੀ ਹੈ, ਨਵੀਆਂ ਵੀ ਨਿਕਲੀਆਂ, ਜਿਨ੍ਹਾਂ ਨੂੰ ਆਧਾਰ ਬਣਾ ਕੇ, ਬੇਸ ਬਣਾ ਕੇ ਇਸ ਗੱਲ ਨੂੰ ਹੋਰ ਵਿਆਖਿਆ ਜਾ ਸਕਦਾ। ਇਹਨੂੰ ਹੋਰ ਵਿਆਖਿਆ ਜਾ ਸਕਦਾ ਆ। ਔਰ ਇਸ ਵਿਆਖਿਆ ਨੂੰ ਇਹ ਸੰਸਾਰ ਪੱਧਰ ਤੇ ਲੈ ਕੇ ਜਾਣਾ ਸਾਡੇ ਸਿੱਖ ਚਿੰਤਕਾਂ ਦਾ, ਸਾਰਿਆਂ ਦੇ ਜਿਹੜੇ ਗੁਰੂ ਨਾਨਕ ਫਲਸਫੇ ਨਾਲ ਜੁੜੇ ਸਾਰਿਆਂ ਦਾ ਫਰਜ਼ ਬਣਦਾ ਆ। ਕਿਉਂਕਿ ਜਦ ਤੱਕ ਤੁਸੀਂ ਆਪਣੀ ਕੌਮ ਦੇ ਰਾਜਨੀਤਿਕ ਫਲਸਫੇ ਦੀ, ਆਪਣੇ ਆਗੂ ਦੇ ਰਾਜਨੀਤਿਕ ਫਲਸਫੇ ਦੀ ਗੱਲ ਨਹੀਂ ਕਰੋਗੇ ਅੱਜ ਦੇ ਸੰਦਰਭ ਦੇ ਵਿੱਚ, ਉਦੋਂ ਤੱਕ ਤੁਹਾਡੇ ਆਰਥਿਕ, ਸਮਾਜਿਕ ਤੇ ਧਾਰਮਿਕ ਤੇ ਰੂਹਾਨੀ ਫਲਸਫਿਆਂ ਦੀ ਵੀ ਗੱਲ, ਉਹਨਾਂ ਪਹਿਲੂਆਂ ਦੀ ਗੱਲ ਵੀ ਨਹੀਂ ਹੋਣੀ, ਔਰ ਰਾਜਨੀਤਿਕ ਸ਼ਕਤੀ ਵੀ ਨਹੀਂ ਆਉਣੀ ਉਹਨਾਂ 'ਚ। ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਰਾਜਨੀਤਿਕ ਫਲਸਫੇ ਦੀ ਗੱਲ ਜਿੱਥੇ ਜਿੱਥੇ ਆਪਾਂ ਬੈਠੇ ਹਾਂ ਉਹਨੂੰ ਗੁਰੂ ਨਾਨਕ ਪਹਿਲੂ ਤੋਂ, ਗੁਰੂ ਨਾਨਕ ਦੇ ਅੰਦਾਜ਼ ਤੋਂ ਕੀਤਾ ਜਾਵੇ। ਉਹਦੇ ਲਈ ਇਹ ਅੱਜ ਜਿਹੜੇ ਸਾਡੇ ਪ੍ਰੋਗਰਾਮ ਆ, ਜਾਂ ਸੰਘਾ ਸਾਹਿਬ ਦੀ ਜਿਹੜੀ ਕਿਤਾਬ ਆ, ਮੁੱਢਲੀ ਕਿਤਾਬ ਹੈ, ਇਹ ਇੱਕ ਤਰ੍ਹਾਂ ਦੀ ਪਹਿਲੀ ਕਿਤਾਬ ਮੈਨੂੰ ਲੱਗਦੀ ਗੁਰੂ ਨਾਨਕ ਸਾਹਿਬ ਦਾ ਰਾਜਨੀਤਿਕ ਫਲਸਫਾ, ਇਹਨੂੰ ਆਧਾਰ ਬਣਾਇਆ ਜਾ ਸਕਦਾ। ਇਹਦੇ ਬਿੰਦੂਆਂ ਨੂੰ ਜਿਹੜੇ ਸਾਰੇ ਦੇਖ ਕੇ ਬਿੰਦੂਆਂ ਨੂੰ ਮਿਲਣ ਦੇ ਲਈ ਹੋਰ ਵਿਸਤਾਰ ਆਪਾਂ ਸਾਰੇ ਰਲ ਮਿਲ ਕੇ ਕਰੀਏ, ਜਿੱਥੇ ਜਿੱਥੇ ਆਪਾਂ ਬੈਠੇ ਉੱਥੇ ਕਰੀਏ, ਤਾਂ ਕਿ ਸਿੱਖਾਂ ਦੀ ਰਾਜਨੀਤਿਕ ਹੋਂਦ, ਗੁਰੂ ਨਾਨਕ ਫਲਸਫੇ ਦੀ ਰਾਜਨੀਤਿਕ ਹੋਂਦ, ਔਰ ਸਿੱਖ ਦੁਨੀਆ ਭਰ 'ਚ ਕਿਵੇਂ ਸਿਰ ਉਠਾ ਕੇ ਤੁਰ ਸਕਣ, ਉਹਦੀ ਗੱਲ ਆਪਾਂ ਗੁਰੂ ਨਾਨਕ ਦੀ ਰਾਜਨੀਤਿਕ ਫਲਸਫੇ ਨਾਲ ਜੁੜ ਕੇ ਕਰ ਸਕੀਏ। ਸੰਘਾ ਸਾਹਿਬ ਦਾ ਇੱਕ ਵਾਰੀ ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਉਹਨਾਂ ਲਈ ਸਮਾਂ ਕੱਢਣਾ ਔਖਾ ਹੁੰਦਾ, ਪਰ ਸਾਡੀ ਬੇਨਤੀ ਮੰਨ ਕੇ ਉਹਨਾਂ ਨੇ ਸਮਾਂ ਕੱਢਿਆ ਆ। ਇਹ ਹਿਰਦੇ ਤੋਂ ਧੰਨਵਾਦ ਕਰਨਾ ਬੰਦਾ। ਸੰਘਾ ਸਾਹਿਬ ਦਾ ਧੰਨਵਾਦ, ਆਪ ਸਭ ਦਾ ਧੰਨਵਾਦ। ਜੁੜੇ ਰਹੋ, ਅਗਲੇ ਐਪੀਸੋਡ 'ਚ ਕੋਈ ਅਗਲੀ ਗੱਲ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਤੁਹਾਡਾ ਵੀ ਧੰਨਵਾਦ ਜੀ।